ਆ ਕੇ ਤੇ ਮੇਰੇ ਪਿਤਾ ਜੀ ਨੂੰ ਲੈਣ ਲੈ ਕੇ ਗਏ। ਕਹਿੰਦੇ ਵੀ ਗੁਰਿੰਦਰ ਕਿੱਥੇ ਆ। ਉਹ ਕਹਿੰਦੇ ਵੀ ਉਹ ਸਾਡੇ ਤਾਇਆ ਜੀ ਕੋਲ ਵੀ ਰਹਿੰਦਾ ਜਲੰਧਰ। ਉੱਥੇ ਗਏ, ਉੱਥੋਂ ਲੈ ਕੇ ਆਏ ਆ। ਰਾਤ ਦੋਵਾਂ ਨੂੰ ਰੱਖਿਆ ਬਿਆਸ ਥਾਣੇ ਦੇ ਵਿੱਚ। ਬਸਣ ਸਿੰਘ SHO ਸੀ, ਅਮਰੀਕ ਸਿੰਘ ASI ਸੀ। ਉੱਥੇ ਰੱਖਿਆ ਗਿਆ ਤੇ ਰੱਖਣ ਤੋਂ ਬਾਅਦ ਅਸੀਂ ਪੰਚਾਇਤ ਫੇਰੂਮਾਨ ਦੀ ਗਈ ਆ, ਪਿਤਾ ਜੀ ਨੂੰ ਛਡਾ ਲਿਆਈ ਆ। ਇਹਨਾਂ ਨੂੰ ਕਹਿੰਦੇ ਵੀ ਸਵੇਰੇ ਲੈ ਜਿਓ, ਕਿਸੇ ਕੇਸ ਦੇ ਵਿੱਚ ਲੋੜਿੰਦਾ ਵਾ, ਅਸੀਂ ਪੁੱਛਗਿੱਛ ਕਰਕੇ ਛੱਡ ਦਿਆਂਗੇ। ਉਹਦੇ ਬਾਅਦ ਅਗਲੇ ਦਿਨ ਜਾਂਦੇ ਆ ਤੇ ਕਹਿੰਦੇ ਜੀ ਉਹ ਤਾਂ ਮੁਕਾਬਲੇ 'ਚ ਮਾਰਿਆ ਜਾਂਦਾ। ਕਹਿੰਦੇ ਮੁਕਾਬਲਾ ਬਣ ਗਿਆ ਰਾਤ, ਤੇ ਤੁਹਾਡੀਆਂ ਅਸਥੀਆਂ ਜਿਹੜੀਆਂ ਉਹ ਦੁਰਗਾਣਾ ਮੰਦਿਰ ਅੰਮ੍ਰਿਤਸਰ ਵਿੱਚ ਨੇ, ਉੱਥੋਂ ਜਾ ਕੇ ਤੁਸੀਂ ਲੈ ਆਓ। ਅਮਰੀਕ ਸਿੰਘ ਇਹਨੂੰ 10 ਸਾਲ ਦੀ ਸਜ਼ਾ ਤੇ 21,000 ਰੁਪਈਆ ਨਾਲ ਜੁਰਮਾਨਾ ਹੋਇਆ। ਪਰ ਜਿਹੜਾ CBI ਨੇ ਇਨਵੈਸਟੀਗੇਟ ਕੀਤਾ ਸੀ, ਇਹ ਅਮਰੀਕ ਸਿੰਘ ਹੈਗਾ ਸੀ ਉਹਨਾਂ ਨੂੰ ਉੱਥੋਂ ਜਲੰਧਰ ਤੋਂ ਚੁੱਕ ਕੇ ਲਿਆਉਣ ਦੇ ਵਿੱਚ ਇਨਵਾਲਵ। ਜਿਹੜੀ ਇੰਨਾ ਲੰਮਾ ਸਮਾਂ ਜਿਹੜੀ ਕੇਸ ਤੇ ਸਟੇ ਲੱਗੀ ਰਹੀ ਆ, ਉਹਦੇ ਕੀ ਕਾਰਨ ਬਣੇ ਸਟੇ ਲੱਗਣ ਦੇ? ਜਿਹੜੀਆਂ ਸਰਕਾਰਾਂ ਹੁੰਦੀਆਂ, ਇਹ ਸਾਰਾ ਜਿਹੜਾ ਕਤਲੇਆਮ ਆ ਸਰਕਾਰਾਂ ਦੀ ਸ਼ਹਿ ਦੇ ਉੱਤੇ ਹੋਇਆ ਸੀ। ਸਰਕਾਰਾਂ ਨਹੀਂ ਸੀ ਚਾਹੁੰਦੀਆਂ ਵੀ ਇਹ ਜਿਹੜੇ ਕੇਸ ਨੇ ਡਿਸਾਈਡ ਹੋਣ। ਪਰਿਵਾਰਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਸੀ, ਜੁਡੀਸ਼ਰੀ ਦੇ ਉੱਤੇ ਕਈ ਤਰ੍ਹਾਂ ਦੇ ਪ੍ਰੈਸ਼ਰ। ਅੰਮ੍ਰਿਤਸਰ ਤੋਂ ਪਟਿਆਲੇ ਦਾ 300 ਕਿਲੋਮੀਟਰ ਦਾ ਸਫ਼ਰ ਹੈ ਇਹਨਾਂ ਦੇ ਪਿੰਡ ਤੋਂ। 300 ਕਿਲੋਮੀਟਰ ਸਵੇਰੇ ਜਾਣਾ, ਸ਼ਾਮ ਨੂੰ ਆਉਣਾ, ਤੇ 1 ਮਹੀਨੇ ਦੇ ਵਿੱਚ ਕਈ ਵਾਰੀ 4-4 5-5 ਡੇਟਾਂ ਵੀ ਲੱਗੀਆਂ ਹੁੰਦੀਆਂ ਸੀ। ਇਹ ਕਰਕੇ ਪਰਿਵਾਰ ਦੀ ਬਹੁਤ ਮਿਹਨਤ ਤੇ ਬਹਾਦਰੀ ਗਿਣੀ ਜਾ ਸਕਦੀ ਹੈ ਜਿਹੜਾ ਇਹਨਾਂ ਨੇ ਇਹ ਸਾਰਾ ਕੇਸ ਸਿਰੇ ਚਾੜਿਆ। ਕਿ ਪਰਮਿੰਦਰ ਸਿੰਘ ਹੋਰਾਂ ਦੇ ਪਿਤਾ ਇਸ ਵਕਤ ਬਜ਼ੁਰਗ ਅਵਸਥਾ ਦੇ ਵਿੱਚ ਨੇ, ਔਰ ਪੁਲਿਸ ਦੀ ਕੁੱਟ ਦੇ ਕਾਰਨ, ਕਿਉਂਕਿ ਪੁਲਿਸ ਵੱਲੋਂ ਉਹਨਾਂ 'ਤੇ ਤਸ਼ੱਦਦ ਢਾਇਆ ਗਿਆ ਤੇ ਅੱਜ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਨੇ। ਦੋਵਾਂ ਨੂੰ ਹੀ ਕੁੱਟਿਆ ਰਾਤ, ਦੋਵਾਂ ਨੂੰ ਰਾਤ ਰੱਖਿਆ ਨਾ, ਜਦੋਂ ਦੋਵਾਂ ਨੂੰ ਹੀ ਮਾਰ ਧਾੜ ਕੀਤੀ। ਤੁਹਾਨੂੰ ਆਖਰੀ ਵਾਰ ਉਸ ਦੀ ਜਿਹੜੀ ਲਾਸ਼ ਵੀ ਨਹੀਂ ਦਿੱਤੀ ਜਾਂਦੀ, ਉਸ ਦਾ ਮੂੰਹ ਨਹੀਂ ਵੇਖਣ ਦਿੱਤਾ ਜਾਂਦਾ। ਅੱਤਵਾਦੀ ਹੋਣ ਦਾ ਧੱਬਾ ਲਾ ਦਿੱਤਾ ਗਿਆ ਸੀ ਵੀ ਤੁਹਾਡਾ ਮੁੰਡਾ ਜਿਹੜਾ ਅੱਤਵਾਦੀ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਸਾਂਝਾ TV ਦੇ ਨਾਲ ਤੇ ਮੈਂ ਹਾਂ ਰਿਸ਼ੀ ਸਿੰਘ ਰਾਹੀ। ਗੱਲ ਕਰੀਏ 1984 ਦੀ, ਤਾਂ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਪੰਜਾਬ 'ਚ ਸਿੱਖ ਨੌਜਵਾਨੀ ਦਾ ਸ਼ਿਕਾਰ ਖੇਡਿਆ ਗਿਆ। ਪੁਲਿਸ ਵੱਲੋਂ ਕੇਂਦਰ ਸਰਕਾਰ ਦੀ ਸ਼ਹਿ ਦੇ ਉੱਤੇ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ ਤੇ ਪੁਲਿਸ ਵੱਲੋਂ ਤਗਮੇ, ਮੈਡਲ, ਪੈਸਾ ਅਤੇ ਅਹੁਦਿਆਂ ਦਾ ਮਾਣ ਤਾਣ ਜਿਹੜਾ ਹੈਗਾ ਉਹ ਕੇਂਦਰ ਵੱਲੋਂ ਇਹਨਾਂ ਨੂੰ ਦਿੱਤਾ ਗਿਆ। ਇਸੇ ਤਹਿਤ 1992 ਦੇ ਵਿੱਚ ਜਲੰਧਰ 'ਚ ਬਿਆਸ ਪੁਲਿਸ ਵੱਲੋਂ ਇੱਕ ਨੌਜਵਾਨ ਗੁਰਵਿੰਦਰ ਸਿੰਘ ਨੂੰ ਚੱਕਿਆ ਜਾਂਦਾ ਹੈ ਤੇ ਉਸ ਦਾ ਮੁਕਾਬਲਾ ਬਣਾ ਦਿੱਤਾ ਜਾਂਦਾ। ਪਰਿਵਾਰ ਨੂੰ ਉਸ ਨੌਜਵਾਨ ਦਾ ਆਖਰੀ ਵੇਲੇ ਮੂੰਹ ਤੱਕ ਵੇਖਣਾ ਨਸੀਬ ਨਹੀਂ ਹੁੰਦਾ। ਪਰ ਅੱਜ ਉਸੇ ਮੁਕਾਬਲੇ ਦੇ ਵਿੱਚ CBI ਅਦਾਲਤ ਮੋਹਾਲੀ ਨੇ ਦੋਸ਼ੀ ਅਮਰੀਕ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਸਾਡੇ ਨਾਲ ਵਕੀਲ ਜਗਜੀਤ ਸਿੰਘ ਬਾਜਵਾ ਤੇ ਗੁਰਵਿੰਦਰ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੇ। ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਜੀ, ਇਹ ਪੂਰਾ ਮਾਮਲਾ ਹੈ ਕੀ ਸੀ? ਗੁਰਵਿੰਦਰ ਨੂੰ ਕਿਹੜੇ ਦੋਸ਼ ਦੇ ਵਿੱਚ ਚੱਕਿਆ ਗਿਆ ਸੀ ਪੁਲਿਸ ਵੱਲੋਂ, ਕਦੋਂ ਚੱਕਿਆ ਗਿਆ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਗੁਰਵਿੰਦਰ ਦਾ ਜਿਹੜਾ ਹੈਗਾ ਮੁਕਾਬਲਾ ਬਣਾ ਦਿੱਤਾ ਗਿਆ? ਉਸ ਵਕਤ ਪੁਲਿਸ ਮੁਲਾਜ਼ਮ ਕੌਣ ਸੀ, ਪੁਲਿਸ ਅਫਸਰ ਕੌਣ ਸੀ? ਇਹ 1992 ਦੀ ਗੱਲ ਆ। ਤੇ ਜਦੋਂ ਸਾਡੇ ਘਰ ਪੁਲਿਸ ਆਈ ਆ ਕੇ ਤੇ ਮੇਰੇ ਪਿਤਾ ਜੀ ਨੂੰ ਲੈਣ ਲੈ ਕੇ ਗਏ। ਕਹਿੰਦੇ ਵੀ ਗੁਰਿੰਦਰ ਕਿੱਥੇ ਆ। ਉਹ ਕਹਿੰਦੇ ਵੀ ਉਹ ਸਾਡੇ ਤਾਇਆ ਜੀ ਕੋਲ ਵੀ ਰਹਿੰਦਾ ਜਲੰਧਰ। ਉੱਥੇ ਗਏ, ਉੱਥੋਂ ਲੈ ਕੇ ਆਏ ਆ। ਰਾਤ ਦੋਵਾਂ ਨੂੰ ਰੱਖਿਆ ਬਿਆਸ ਥਾਣੇ ਦੇ ਵਿੱਚ। ਬਸਣ ਸਿੰਘ SHO ਸੀ, ਅਮਰੀਕ ਸਿੰਘ ASI ਸੀ। ਉੱਥੇ ਰੱਖਿਆ ਗਿਆ ਤੇ ਰੱਖਣ ਤੋਂ ਬਾਅਦ ਅਸੀਂ ਪੰਚਾਇਤ ਫੇਰੂਮਾਨ ਦੀ ਗਈ ਆ, ਪਿਤਾ ਜੀ ਨੂੰ ਛਡਾ ਲਿਆਈ ਆ। ਇਹਨਾਂ ਨੂੰ ਕਹਿੰਦੇ ਵੀ ਸਵੇਰੇ ਲੈ ਜਿਓ, ਕਿਸੇ ਕੇਸ ਦੇ ਵਿੱਚ ਲੋੜਿੰਦਾ ਵਾ, ਅਸੀਂ ਪੁੱਛਗਿੱਛ ਕਰਕੇ ਛੱਡ ਦਿਆਂਗੇ। ਉਹਦੇ ਬਾਅਦ ਅਗਲੇ ਦਿਨ ਜਾਂਦੇ ਆ ਤੇ ਕਹਿੰਦੇ ਜੀ ਉਹ ਤਾਂ ਮੁਕਾਬਲੇ 'ਚ ਮਾਰਿਆ ਜਾਂਦਾ। ਕਹਿੰਦੇ ਮੁਕਾਬਲਾ ਬਣ ਗਿਆ ਰਾਤ, ਤੇ ਤੁਹਾਡੀਆਂ ਅਸਥੀਆਂ ਜਿਹੜੀਆਂ ਉਹ ਦੁਰਗਾਣਾ ਮੰਦਿਰ ਅੰਮ੍ਰਿਤਸਰ ਵਿੱਚ ਨੇ, ਉੱਥੋਂ ਜਾ ਕੇ ਤੁਸੀਂ ਲੈ ਆਓ। ਅਸੀਂ ਆਪਣੀਆਂ ਅਸਥੀਆਂ ਲਿਆਣ ਕੇ ਤੇ ਜੋ ਕਿਰਿਆਕਰਮ ਕਰਨਾ ਪਾਠ ਕਰਵਾ ਦਿੱਤਾ। ਠੀਕ ਹੈ ਜੀ। ਬਾਜਵਾ ਸਾਹਿਬ, ਜਿਹੜਾ ਇਹ ਕੇਸ ਆ 1992 ਦੇ ਵਿੱਚ ਜਿਹੜਾ ਹੈਗਾ ਗੁਰਵਿੰਦਰ ਸਿੰਘ ਦਾ ਨਕਲੀ ਮੁਕਾਬਲਾ ਬਣਦਾ ਹੈ ਤੇ 97 ਦੇ ਵਿੱਚ ਜਾ ਕੇ ਕੇਸ ਰਜਿਸਟਰਡ ਹੁੰਦਾ ਹੈ, ਤੇ ਇਹਦੀ ਪੂਰੀ ਪੈਰਵਾਈ ਕਿਵੇਂ ਹੋਈ ਤੇ ਕਿਹਨੇ ਕੀਤੀ? ਦੇਖੋ ਜੀ, ਇਹ 1992 ਦਾ ਮਾਮਲਾ ਸੀ। 92 ਤੋਂ ਬਾਅਦ 95 ਦੇ ਵਿੱਚ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਕੇ ਲਾਪਤਾ ਕਰ ਦਿੱਤਾ ਜਾਂਦਾ, ਉਹਨਾਂ ਦੇ ਸਬੰਧ ਦੇ ਵਿੱਚ ਹੀ ਇੱਕ ਉਹਨਾਂ ਦੀ ਵਾਈਫ ਵੱਲੋਂ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਜਾਂਦੀ ਆ। ਉਸੇ ਪਟੀਸ਼ਨ ਦੇ ਆਧਾਰ ਤੇ ਹੀ ਸੁਪਰੀਮ ਕੋਰਟ ਦਾ ਇੱਕ ਆਰਡਰ ਆਉਂਦਾ ਵਾ CBI ਨੂੰ
ਇਹ ਜਿਹੜੀ ਉਹਨਾਂ ਨੇ ਖਾਲੜਾ ਸਾਹਿਬ ਨੇ 2097 ਬੰਦਿਆਂ ਦੀ ਜਿਹੜੀ ਲਿਸਟ ਦਿੱਤੀ ਸੀ 3 ਸ਼ਮਸ਼ਾਨ ਘਾਟਾਂ ਦੀ, ਉਹਨਾਂ ਨੂੰ ਇਨਵੈਸਟੀਗੇਟ ਕਰਨ ਵਾਸਤੇ। ਉਹ CBI ਨੇ ਜਦੋਂ ਇਨਵੈਸਟੀਗੇਟ ਕੀਤੇ ਤੇ ਉਹਨਾਂ ਕੇਸਾਂ ਦੇ ਵਿੱਚੋਂ ਹੀ ਇੱਕ ਜਿਹੜਾ ਗੁਰਵਿੰਦਰ ਸਿੰਘ ਦਾ ਮੁਕਾਬਲਾ ਸੀ, ਉਹਨਾਂ ਨੇ ਝੂਠਾ ਪਾ ਕੇ ਤੇ ਇਹ FIR 1997 ਦੇ ਵਿੱਚ ਜਿਹੜੀ ਹੈ ਰਜਿਸਟਰਡ ਕੀਤੀ ਤੇ 1997 ਦੇ ਵਿੱਚ ਰਜਿਸਟਰਡ ਕਰਨ ਤੋਂ ਬਾਅਦ ਇਹਦੀ ਜਿਹੜੀ ਚਾਰਜ ਸ਼ੀਟ ਆ ਉਹ 2000 ਦੇ ਵਿੱਚ ਫਾਈਲ ਕੀਤੀ ਗਈ। ਉਹ ਸਿਰਫ 2 ਅਕਿਊਜ਼ਡਾਂ ਦੇ ਖਿਲਾਫ, ਇੱਕ ਜਿਹੜਾ ਅਮਰੀਕ ਸਿੰਘ ASI ਤੇ ਵਸਣ ਸਿੰਘ ਜਿਹੜਾ SHO ਥਾਣਾ ਬਿਆਸ ਦਾ। 2001 ਦੇ ਵਿੱਚ ਇਹ ਜਿਹੜਾ ਕੇਸ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਸਟੇ ਹੋ ਜਾਂਦਾ। ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਚਲ ਜਾਂਦਾ। ਇਹ 16-17 ਸਾਲ ਇਹ ਕੇਸ ਦੇ ਉੱਤੇ ਸਟੇ ਰਹਿੰਦਾ ਵਾ। 2017 ਦੇ ਵਿੱਚ ਉਹ ਸਟੇ ਖਤਮ ਹੋਣ ਤੋਂ ਬਾਅਦ ਜਿਹੜਾ ਇਹਦਾ ਟ੍ਰਾਇਲ ਆ ਦੁਬਾਰਾ ਚੱਲਦਾ ਇੱਥੇ, ਉਹਦੇ ਵਿੱਚ ਗਵਾਹੀਆਂ ਹੁੰਦੀਆਂ ਤੇ ਅੱਜ ਜਿਹੜਾ ਉਹਦਾ ਫੈਸਲਾ ਆਇਆ। ਇਸੇ ਅਰਸੇ ਦੌਰਾਨ ਜਿਹੜਾ ਵਸਣ ਸਿੰਘ SHO ਹੀ ਉਹਦੀ ਮੌਤ ਹੋ ਚੁੱਕੀ ਆ ਤੇ ਜਿਹੜਾ ਇਹ ਅਕਿਊਜ਼ਡ ਹੀ ਅਮਰੀਕ ਸਿੰਘ, ਇਹਨੂੰ 10 ਸਾਲ ਦੀ ਸਜ਼ਾ ਤੇ 21,000 ਰੁਪਈਆ ਨਾਲ ਜੁਰਮਾਨਾ ਹੋਇਆ। ਪਰ ਜਿਹੜਾ CBI ਨੇ ਇਨਵੈਸਟੀਗੇਟ ਕੀਤਾ ਸੀ, ਇਹ ਅਮਰੀਕ ਸਿੰਘ ਹੈਗਾ ਸੀ ਉਹਨਾਂ ਨੂੰ ਉੱਥੋਂ ਜਲੰਧਰ ਤੋਂ ਚੁੱਕ ਕੇ ਲਿਆਉਣ ਦੇ ਵਿੱਚ ਇਨਵਾਲਵ। ਜਿਹੜਾ ਫੇਕ ਐਨਕਾਊਂਟਰ ਦੀ ਟੀਮ ਹੀ ਸਾਰੀ FIR ਦੇ ਵਿੱਚ 27 ਬੰਦੇ, ਉਹ ਇੱਕ ਵੱਖਰੇ ਹੀ, ਉਹਨਾਂ ਦੇ ਵਿੱਚੋਂ ਸਾਰਾ ਸਿਰਫ ਕੱਲਾ ਉਹਨਾਂ ਨੇ ਵਸਣ ਸਿੰਘ SHO ਨੂੰ ਨਾਮਜ਼ਦ ਕੀਤਾ। ਬਾਕੀ ਜਿਹੜੇ ਖਾਨਾ ਨੰਬਰ 2 ਦੇ ਵਿੱਚ ਛੱਡ ਦਿੱਤੇ ਸੀ, ਜਿਹਦੀ ਕਿ ਆਪਾਂ ਬਾਅਦ ਦੇ ਵਿੱਚ, ਕਿਉਂਕਿ ਬਹੁਤ ਲੰਮਾ ਸਮਾਂ ਇਹ ਸਟੇ ਰਿਹਾ ਸੀ ਤੇ ਹੁਣ ਆਣ ਕੇ ਉਹਦੀ ਆਪਾਂ ਜਿਹੜੀ ਆ 319 ਫਾਈਲ ਕੀਤੀ ਸੀ ਵੀ ਜਿਹੜੇ ਬਾਕੀ ਬੰਦੇ ਆ FIR ਵਾਲੇ ਉਹਨਾਂ ਨੂੰ ਵੀ ਨਾਲ ਅਕਿਊਜ਼ਡ ਬਣਾਉਣਾ ਚਾਹੀਦਾ। ਪਰ ਉਹ CBI ਕੋਰਟ ਨੇ ਸਾਡੀ ਡਿਸਮਿਸ ਕਰਤੀ, ਜਿਹੜੀ ਕਿ ਹੁਣ ਆਪਾਂ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈਗੀ ਆ। ਅੱਜ ਇਹਦੇ ਵਿੱਚ ਜਿਹੜੀ ਸਜ਼ਾ ਹੋਈ ਹੈ ਇਹ ਅਮਰੀਕ ਸਿੰਘ ਨੂੰ ਅਬਡਕਸ਼ਨ ਦੇ ਵਿੱਚ 364 ਦੇ ਵਿੱਚ ਹੋਈ ਹੈ, ਨਾ ਕਿ ਜਿਹੜਾ ਉਹ ਪੁਲਿਸ ਮੁਕਾਬਲਾ ਉਹਦਾ ਕੋਈ ਵੀ ਅਕਿਊਜ਼ਡ ਵਿੱਚ ਨਹੀਂ ਸੀ ਹੈਗਾ, ਕਿਉਂਕਿ ਵਸਣ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਜਿਹੜੇ ਬਾਕੀ ਬੰਦੇ ਸੀ ਉਹਨਾਂ ਨੂੰ ਖਾਨਾ ਨੰਬਰ 2 ਦੇ ਵਿੱਚ ਰੱਖਿਆ ਸੀ ਤੇ ਉਹਨਾਂ ਨੇ ਟ੍ਰਾਇਲ ਦਾ ਸਾਹਮਣਾ ਹੀ ਨਹੀਂ ਕੀਤਾ। ਜਿਹੜੀ ਇੰਨਾ ਲੰਮਾ ਸਮਾਂ ਜਿਹੜੀ ਕੇਸ ਤੇ ਸਟੇ ਲੱਗੀ ਰਹੀ ਆ, ਉਹਦੇ ਕੀ ਕਾਰਨ ਬਣੇ ਸਟੇ ਲੱਗਣ ਦੇ? ਵੇਖੋ, ਕੇਸ ਜਿਹੜੀਆਂ ਸਰਕਾਰਾਂ ਹੁੰਦੀਆਂ, ਇਹ ਸਾਰਾ ਜਿਹੜਾ ਕਤਲੇਆਮ ਆ ਸਰਕਾਰਾਂ ਦੀ ਸ਼ਹਿ ਦੇ ਉੱਤੇ ਹੋਇਆ ਸੀ। ਸਰਕਾਰਾਂ ਨਹੀਂ ਸੀ ਚਾਹੁੰਦੀਆਂ ਵੀ ਇਹ ਜਿਹੜੇ ਕੇਸ ਨੇ ਡਿਸਾਈਡ ਹੋਣ। ਪਰਿਵਾਰਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਸੀ, ਜੁਡੀਸ਼ਰੀ ਦੇ ਉੱਤੇ ਕਈ ਤਰ੍ਹਾਂ ਦੇ ਪ੍ਰੈਸ਼ਰ ਤੇ ਹੋਰ ਉਹਨਾਂ ਦੇ ਕਈ ਤਰੀਕਿਆਂ ਦੇ ਨਾਲ ਇਹ ਇੰਨਾ ਲੰਮਾ ਸਮਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜਿਹੜਾ ਇਹ 17 ਸਾਲ ਜਿਹੜਾ ਸਟੇ ਚੱਲਦਾ ਰਿਹਾ। ਉਸ ਤੋਂ ਬਾਅਦ ਇਹ ਸਟੇ ਵਿਕੇਟ ਹੋਇਆ ਵਾ ਤੇ ਫਿਰ ਇਹ ਟ੍ਰਾਇਲ ਚੱਲਿਆ ਵਾ। ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ, ਜਿਨ੍ਹਾਂ ਨੇ ਖੁਦ ਇਹ ਸਾਰਾ ਕੰਮ ਕਰਾਇਆ ਸੀ, ਉਹ ਚਾਹੁੰਦੀਆਂ ਨਹੀਂ ਸੀ ਵੀ ਇਹ ਕੇਸ ਡਿਸਾਈਡ ਹੋ ਜਾਣ। ਪਰ ਇਹ ਪਰਿਵਾਰ ਦੀ ਜਿਹੜੀ ਇੰਨੀ ਹਿੰਮਤ ਸੀ, ਇਹ ਅੱਜ ਤੱਕ 29 ਸਾਲ ਇਹਨਾਂ ਨੂੰ ਹੋ ਗਏ ਆ ਵੀ ਜਿਹੜੇ ਕਚਹਿਰੀਆਂ ਦੇ ਚੱਕਰ ਕੱਟਦਿਆਂ ਨੂੰ, ਜਿਨ੍ਹਾਂ ਦੀ ਆਰਥਿਕ ਹਾਲਤ ਵੀ ਇਹੋ ਜਿਹੀ ਨਹੀਂ ਹੈਗੀ ਵੀ ਜਿਹੜੇ ਪਹਿਲੋਂ ਜਿਹੜੀ CBI ਕੋਰਟ ਸੀ ਉਹ ਪਟਿਆਲੇ ਹੁੰਦੀ। ਅੰਮ੍ਰਿਤਸਰ ਤੋਂ ਪਟਿਆਲੇ ਦਾ 300 ਕਿਲੋਮੀਟਰ ਦਾ ਸਫ਼ਰ ਹੈ ਇਹਨਾਂ ਦੇ ਪਿੰਡ ਤੋਂ। 300 ਕਿਲੋਮੀਟਰ ਸਵੇਰੇ ਜਾਣਾ, ਸ਼ਾਮ ਨੂੰ ਆਉਣਾ ਤੇ 1 ਮਹੀਨੇ ਦੇ ਵਿੱਚ ਕਈ ਵਾਰੀ 4-4 5-5 ਡੇਟਾਂ ਵੀ ਲੱਗੀਆਂ ਹੁੰਦੀਆਂ ਸੀ। ਇਹ ਕਰਕੇ ਪਰਿਵਾਰ ਦੀ ਬਹੁਤ ਮਿਹਨਤ ਤੇ ਬਹਾਦਰੀ ਗਿਣੀ ਜਾ ਸਕਦੀ ਹੈ ਜਿਹੜਾ ਇਹਨਾਂ ਨੇ ਇਹ ਸਾਰਾ ਕੇਸ ਸਿਰੇ ਚਾੜਿਆ। ਜੀ ਪਰਮਿੰਦਰ ਜੀ, ਬੇਸ਼ੱਕ ਹੁਣ ਤੁਹਾਡਾ ਭਰਾ ਨਹੀਂ ਵਾਪਸ ਆ ਸਕਦਾ, ਪਰ ਅੱਜ ਉਸ ਦੋਸ਼ੀ ਨੂੰ ਸਜ਼ਾ ਮਿਲੀ ਆ, ਕਿੱਦਾਂ ਲੱਗ ਰਿਹਾ ਹੈਗਾ? ਸਜ਼ਾ ਮਿਲੀ ਹੈ, ਚਲੋ ਮਿਲਣੀ ਚਾਹੀਦੀ ਹੈ। ਜਿਹੜਾ ਗਲਤ ਕੰਮ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ, ਪਰ ਫਿਰ ਵੀ ਉਨੀ ਨਹੀਂ ਮਿਲੀ, ਕਿਉਂਕਿ ਇਹਦੇ ਵੱਲ ਵੇਖ ਕੇ ਹੋਰਨਾਂ ਨੇ ਵੀ ਸਿੱਖਿਆ ਲੈਣੀ ਆ। ਇਹਨਾਂ ਵੱਲ ਵੇਖ ਕੇ ਹੋਰਨਾਂ ਨੂੰ ਵੀ ਜਿਹੜੀ ਉਹ ਮੱਤ ਆਉਣੀ ਚਾਹੀਦੀ ਆ ਵੀ ਜਦੋਂ ਤਾਕਤ ਹੱਥ ਵਿੱਚ ਹੋਵੇ ਧੱਕਾ ਨਹੀਂ ਕਰਨਾ ਚਾਹੀਦਾ। ਤੇ ਸਜ਼ਾ ਹੋਈ ਆ, ਠੀਕ ਆ, ਹੋਣੀ ਚਾਹੀਦੀ ਜੀ। ਇਸ ਕੇਸ ਦੇ ਦੌਰਾਨ ਜਦੋਂ ਪੈਰਵਾਈ ਕਰਦੇ ਸੀ ਤੁਸੀਂ ਕੇਸ ਦੀ, ਪਰਿਵਾਰ ਨੂੰ ਡਰਾਬੇ ਵੀ ਦਿੱਤੇ ਗਏ ਹੋਣੇ ਆ, ਲਾਲਚ ਵੀ ਦਿੱਤੇ ਗਏ ਹੋਣੇ ਆ, ਬਹੁਤ ਥਾਵਾਂ 'ਤੇ ਪ੍ਰੈਸ਼ਰ ਪਾਇਆ ਗਿਆ ਹੋਣਾ ਗਾ, ਅਤੇ ਪਰਿਵਾਰ ਨੇ ਕਿੱਦਾਂ ਉਹਨੂੰ ਝੱਲਿਆ ਸਾਰੇ ਕਸੇ ਨੂੰ? ਕਰਦੇ ਰਹੇ ਆ ਪਿਆਰ ਨਾਲ ਵੀ। ਯਾਰ ਮਿੱਤਰ ਦੋਸਤ ਜਿਹੜੇ ਸਾਡੇ ਪੁਲਿਸ 'ਚ ਨੌਕਰੀ ਕਰਦੇ ਆ, ਉਹਨਾਂ ਕੋਲ ਜਰੀਏ ਵੀ ਸਾਨੂੰ ਮਤਲਬ ਕਹਿੰਦੇ ਘੁਮਾਉਂਦੇ ਰਹੇ ਆ, ਪੈਸਿਆਂ ਦਾ ਲਾਲਚ ਵੀ ਦਿੰਦੇ ਰਹੇ ਆ, ਤੇ ਪਰ ਚਲੋ ਸਾਹਮਣਾ ਕੀਤਾ, ਇੱਥੋਂ ਤੱਕ ਪਹੁੰਚ ਗਏ। ਤੁਹਾਨੂੰ ਦਰਸ਼ਕੋ ਦੱਸ ਦਈਏ ਕਿ ਪਰਮਿੰਦਰ ਸਿੰਘ ਹੋਰਾਂ ਦੇ ਪਿਤਾ ਇਸ ਵਕਤ ਬਜ਼ੁਰਗ ਅਵਸਥਾ ਦੇ ਵਿੱਚ ਨੇ, ਔਰ ਪੁਲਿਸ ਦੀ ਕੁੱਟ ਦੇ ਕਾਰਨ, ਕਿਉਂਕਿ ਪੁਲਿਸ ਵੱਲੋਂ ਉਹਨਾਂ 'ਤੇ ਤਸ਼ੱਦਦ ਢਾਇਆ ਗਿਆ ਅਤੇ ਅੱਜ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ ਨੇ। ਪਰਮਿੰਦਰ ਜੀ, ਕੀ ਮੈਂ ਸਹੀ ਕਿਹਾ ਨਾ? ਇਹ ਬਿਲਕੁਲ ਠੀਕ, ਠੀਕ।
ਥੋੜਾ ਫਰਕ ਹੈਗਾ, ਬਜ਼ੁਰਗ ਨੇ ਬੋਲਣ ਲੱਗੇ ਕਈ ਵਾਰ ਪਤਾ ਨਹੀਂ ਲੱਗਦਾ। ਕਿਉਂਕਿ ਉਹ ਪੁਲਿਸ ਨੇ ਉਹਨਾਂ ਨੂੰ ਤਸ਼ੱਦਦ ਇੰਨਾ ਕੀਤਾ ਕਿ ਉਹ ਜਿਹੜੇ ਮਾਨਸਿਕ ਤੌਰ ਤੇ ਥੋੜੇ ਜਿਹੇ ਹਿੱਲ ਗਏ। ਹਾਂਜੀ, ਦੋਵਾਂ ਨੂੰ ਹੀ ਕੁੱਟਿਆ ਰਾਤ, ਦੋਵਾਂ ਨੂੰ ਰਾਤ ਰੱਖਿਆ ਨਾ, ਜਦੋਂ ਦੋਵਾਂ ਨੂੰ ਹੀ ਮਾਰ ਧਾੜ ਕੀਤੀ ਕਾਫੀ। ਜਦੋਂ ਗੁਰਵਿੰਦਰ ਸਿੰਘ ਉਹਨਾਂ ਦਾ ਮੁਕਾਬਲਾ ਬਣਾ ਦਿੱਤਾ ਜਾਂਦਾ, ਤੁਹਾਨੂੰ ਆਖਰੀ ਵਾਰ ਉਸ ਦੀ ਜਿਹੜੀ ਲਾਸ਼ ਵੀ ਨਹੀਂ ਦਿੱਤੀ ਜਾਂਦੀ, ਉਸ ਦਾ ਮੂੰਹ ਨਹੀਂ ਵੇਖਣ ਦਿੱਤਾ ਜਾਂਦਾ, ਕਿ ਉਸ ਤੋਂ ਬਾਅਦ ਪਰਿਵਾਰ ਦੇ ਉੱਤੇ ਕੋਈ ਉਹਨਾਂ ਨੇ ਕੋਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਰਿਵਾਰ ਨੂੰ ਵੀ ਪਰੇਸ਼ਾਨ ਕਰੋ? ਨਹੀਂ, ਉਹਨਾਂ ਨੂੰ ਆਸ ਨਹੀਂ ਹੈਗੀ ਵੀ ਇਹ ਕੇਸ ਮਤਲਬ ਪੁੱਟ-ਅਪ ਹੋ ਜਾਣਾ। ਅੱਛਾ। ਇਹਦੇ ਖਾਲੜਾ ਸਾਹਿਬ ਦੀ ਮਿਹਰਬਾਨੀ ਨਾਲ ਅਸੋ ਤੁਰਿਆ, ਉਹ ਤੋਂ ਬਾਅਦ ਫਿਰ ਇਹਨਾਂ ਦੀ ਮਿਹਰਬਾਨੀ ਦੇ ਨਾਲ, ਆਪਣੇ ਵਕੀਲ ਸਾਹਿਬ ਦੀ ਮਿਹਰਬਾਨੀ ਦੇ ਨਾਲ, ਤੇ ਉਹਨਾਂ ਨੇ ਫਿਰ ਨਾਲ ਕੰਮ ਕਰਦਾ ਰਿਹਾ। ਇਦਾਂ ਉਹਨਾਂ ਨੂੰ ਸਾਡੇ ਤੇ ਆਸ ਨਹੀਂ ਵੀ ਇਹ ਕਰ ਸਕਦੇ ਆ। ਪਰਵਿੰਦਰ ਜੀ, ਇਹ ਸਾਰਾ ਕੇਸ ਤੁਸੀਂ ਬਾਜਵਾ ਸਾਹਿਬ ਦੀ ਮਦਦ ਦੇ ਨਾਲ ਲੜਿਆ, ਕੀ ਕੋਈ ਸਿੱਖ ਸੰਸਥਾ ਜਿਹੜੀ ਸ਼ਹੀਦਾਂ ਲਈ ਕੰਮ ਕਰਦੀ ਆ ਉਹ ਵੀ ਕੋਈ ਅੱਗੇ ਆਈ ਇਸ ਮਾਮਲੇ ਦੇ ਵਿੱਚ? ਨਹੀਂ, ਹੋਰ ਕੋਈ ਨਹੀਂ ਆਇਆ, ਸਿਰਫ ਇਹਨਾਂ ਨੇ ਨਾਲ ਹੈਲਪ ਕੀਤੀ ਆ। ਪਟਿਆਲੇ ਤੋਂ ਬਾਅਦ ਫਿਰ ਇਹ ਨਾਲ ਜੁੜ ਗਏ, ਤੇ ਉਹਦੇ ਬਾਅਦ ਫਿਰ ਇਹ ਨਾਲ ਅਜੇ ਤੱਕ ਜੁੜੇ ਨੇ, ਤੇ ਸਾਰਾ ਇਹਨਾਂ ਦੀ ਸਹਾਇਤਾ ਦੇ ਨਾਲ ਅੱਜ ਅਸੀਂ 10 ਸਾਲ ਕੈਦ ਜਿਹੜੀ ਉਹਨਾਂ ਨੂੰ ਮਾਨਯੋਗ ਅਦਾਲਤ ਨੇ ਦਿੱਤੀ ਹੈ। ਵਧੀਆ ਸੀਬੀਆਈ ਦੀ ਜਿਹੜੀ ਅੱਜ ਕਾਰਵਾਈ ਆ ਉਹ ਤੋਂ ਸੰਤੁਸ਼ਟ ਹੋ? ਠੀਕ ਹੈ, ਪਰ ਉਹਨਾਂ ਨਹੀਂ, ਸਾਰੇ ਰਗੜੇ ਸਾਰੇ ਵਿੱਚ ਆਉਣੇ ਚਾਹੀਦੇ ਆ, ਜਿਹੜੇ ਜਿਹੜੇ ਦੋਸ਼ੀ ਨੇ ਸਾਰੇ ਹੋਣੇ ਚਾਹੀਦੇ ਆ। ਹਾਂ, ਅੱਗੇ ਕੋਈ ਕਾਰਵਾਈ ਕਰੋਗੇ ਕਿ ਜਿਹੜੇ ਹੋਰ ਦੋਸ਼ੀ ਨੇ ਉਹਨਾਂ ਨੂੰ ਵੀ ਸਜ਼ਾ ਬਣਦੀ ਸਜ਼ਾ ਮਿਲੇ? ਹਾਂਜੀ, ਵਕੀਲ ਸਾਹਿਬ ਨਾਲ ਨੇ, ਇਹਨਾਂ ਨਾਲ ਗੱਲ ਕਰਕੇ ਜਿੱਦਾਂ ਵੀ ਅੱਗੇ ਗੱਲ ਤੁਰੇਗੀ ਤੁਰਾਂਗੇ, ਅੱਗੇ ਚੱਲਾਂਗੇ। ਬਾਜਵਾ ਸਾਹਿਬ ਕੀ ਕਹਿਣਾ ਚਾਹੋਗੇ? ਵੇਖੋ ਜੀ, ਇਹਦੇ ਵਿੱਚ ਸਾਡੀ 300 ਕਿਉਂਕਿ ਪਰਿਵਾਰ ਪੂਰੇ ਤੌਰ ਤੇ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ ਇਸ ਸਜ਼ਾ ਤੋਂ, ਤੇ ਉਹਨਾਂ ਦਾ ਕਹਿਣਾ ਕਿ ਜਿਹੜੇ ਹੋਰ ਦੋਸ਼ੀ ਸੀ ਉਹਨਾਂ ਨੂੰ ਵੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ। ਇਹ ਤੇ ਜਿਹੜਾ ਇੱਕ ਪਰਿਵਾਰ ਦੇ ਉੱਤੇ ਅੱਤਵਾਦੀ ਹੋਣ ਦਾ ਧੱਬਾ ਲਾ ਦਿੱਤਾ ਗਿਆ ਸੀ ਵੀ ਤੁਹਾਡਾ ਮੁੰਡਾ ਜਿਹੜਾ ਅੱਤਵਾਦੀ ਸੀ ਤੇ ਉਹ ਝੂਠੇ ਉਹ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ, ਪਰ ਅੱਜ ਅਦਾਲਤ ਨੇ ਜਿਹੜਾ ਉਹ ਸਰਕਾਰ ਦਾ ਤੇ ਪੁਲਿਸ ਦਾ ਪੱਖ ਹੀ ਉਹਨੂੰ ਝੂਠਾ ਸਾਬਤ ਕਰ ਦਿੱਤਾ, ਤੇ ਪਰਿਵਾਰ ਨੂੰ ਜਿਹੜਾ ਇਹਦੇ ਵਿੱਚ ਵੀ ਪੂਰੀ ਤਸੱਲੀ ਹੈ। ਪਰ ਇਸ ਤੋਂ ਜਿਹੜਾ ਹੁਣ ਸਿਰਫ ਇੱਕ ਹੀ ਇਹਦੇ ਵਿੱਚ ਅਕਿਊਜ਼ਡ ਰਹਿ ਗਿਆ, ਕਿਉਂਕਿ ਜਿਹੜਾ ਅਕਿਊਜ਼ਡ ਤੇ ਬਣਨੀ ਚਾਹੀਦੀ ਸੀ ਪੂਰੀ ਪੁਲਿਸ ਪਾਰਟੀ, ਪਰ ਉਹ ਸਾਡੀ 319 ਜਿਹੜੀ ਹੈ ਜੇ ਪੈਂਡਿੰਗ ਚੱਲ ਰਹੀ ਆ, ਉਹ ਆਪਾਂ ਦੇਖਦੇ ਹਾਂ ਗਾਂ ਆਰਡਰ ਦੀ ਕਾਪੀ ਮਿਲਦੀ ਹੈ ਫਿਰ ਸਾਰਾ ਵੇਖ ਕੇ ਗਾਂ ਅੱਗੇ ਆਪਾਂ ਹਾਈ ਕੋਰਟ ਵੀ ਜਾਵਾਂਗੇ ਜੀ। ਸੋ ਇਹ ਸਨ ਪਰਮਿੰਦਰ ਸਿੰਘ ਅਤੇ ਬਾਜਵਾ ਸਾਹਿਬ, ਜਿਹੜੇ ਗੁਰਵਿੰਦਰ ਸਿੰਘ ਦੇ ਵਕੀਲ ਸਨ। ਅੱਜ ਦੋਸ਼ੀ ਪੁਲਿਸ ਵਾਲੇ ASI ਅਮਰੀਕ ਸਿੰਘ ਨੂੰ 10 ਸਾਲ ਦੀ ਸਜ਼ਾ ਤੇ 21,000 ਰੁਪਏ ਦਾ ਜੁਰਮਾਨਾ CBI ਵੱਲੋਂ ਕੀਤਾ ਗਿਆ। ਉਮੀਦ ਹੈ ਕਿ ਆਉਣ ਵਾਲੇ ਹੋਰ ਜੋ ਕੇਸ ਨੇ ਜਾਂ ਹੋਰ ਜੋ ਪੁਲਿਸ ਵਾਲੇ ਦੋਸ਼ੀ ਨੇ ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਪਰਿਵਾਰ ਵੱਲ ਠੰਡੀ ਹਵਾ ਦਾ ਇੱਕ ਬੁੱਲਾ ਆਵੇਗਾ। ਕੈਮਰਾਮੈਨ ਦਲਜੀਤ ਸਿੰਘ ਦੇ ਨਾਲ ਮੋਹਾਲੀ ਤੋਂ ਰਿਸ਼ੀ ਸਿੰਘ ਰਾਹੀ, ਸਾਂਝਾ TV। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।